ਇਹ 20 ਬੰਦਿਆਂ ਦੀ ਗੈਂਗ ਹੈ, ਇੱਕ ਆਰਫਵਾਨ ਦੀ ਗੈਂਗ ਹੈ। ਯਾਰ ਡਰ ਹੈ, ਕੋਈ ਡਰਦਾ ਬੰਦਾ ਸਮਾਨ ਨਹੀਂ ਲੱਗ ਰਿਹਾ। ਤੜੀਆਂ ਲਾਉਂਦੇ ਸਨ, ਅਗਵਾ ਸੀ, ਮੈਂ ਵੀ ਅਗਵਾ ਸਾਂ। ਪਹਿਲੋਂ ਇਹਨਾਂ ਨੇ ਮੇਰਾ ਪੁੱਤਰ ਤੇ ਮੇਰਾ ਮੀਆਂ ਕਤਲ ਕਰਾਤਾ। ਉਹ ਸਾਨੂੰ ਅਗਵਾਉਣ ਕੋ ਮਾਣਾ ਨਾ ਰਲ ਗਏ ਨੇ, ਕੋਈ ਪੈਸਾ ਧੇਲਾ ਲਿਆ ਨੇ, ਮਗਰੋਂ ਮੇਰੀ ਧੀ ਮਾਰ ਦਿੱਤੀ। अस्सलाम वालेकुम नाज़रीन, न्यूज़ अलर्ट के साथ आपका मेज़बान साइम राजपूत। नाज़रीन कराम, इस टाइम फ़िरोज़वाला के इलाके में मौजूद हूँ। आप देखिए कि एक टीचर जिसको गवाह किया जाता है और फिर जनाब उसको कुछ दिन के बाद बेदर्दी से कत्ल कर दिया जाता है। बाप को भी मार दिया गया और फिर जनाब उन गवाहकारों को भी मार दिया गया जिन लोगों ने इनका साथ दिया। उस बेचारी का कसूर सिर्फ ये था कि उसने चंद अफराद को मरते अपनी आंखों से देख लिया और शहादतें देने के लिए अदालत पहुंच गई। अगर आप अब देखें ये सामान पीछे पड़ा हुआ है, माएँ बहनें बेचारी यहाँ पर खड़ी हैं, रोड पे सामान रखा हुआ है। इस साइड पे देख लें तो जनाब ये अपना घर छोड़ने पर मजबूर हैं। ये पुलिस की, आप पुलिस की नाअहली देखें कि पुलिस वाले तहफ़्फ़ुज़ ही दे सके। ये माँ हैं, ये मेरे साथ उनके भाई हैं, और अगर आप देखें तो ये सामान पड़ा हुआ है। ये हालात हैं जी। इस टाइम इन्होंने सामान रखा हुआ है और वो कह रहे हैं कि जनाब हमने ये चीज़ छोड़कर चले जाना है। ये मेरी बहनें हैं, ये तहफ़्फ़ुज़ किससे लें? उनकी गोद में बच्चे हैं, छोटे छोटे बच्चे उनके साथ हैं और सामान लेकर यहाँ से जाना चाहते हैं। वो कहते हैं जनाब हमारे ऊपर क़यामत टूट पड़ी है, लेकिन हमारे साथ किसी ने भी कोई साथ तक न दिया। मेरे साथ लड़की के भाई और उनकी वालिदा मौजूद हैं। अस्सलाम वालेकुम। वालेकुम सलाम। माँ जी होया कि किस तरह पता चलिया, इस सारा माजरा बनया किस तरह? ਪੁੱਤਰ ਇਸ ਤਰ੍ਹਾਂ ਹੀ ਤੜੀਆਂ ਲਾਉਂਦੇ ਸਨ, ਅਗਵਾ ਸੀ, ਮੈਂ ਵੀ ਅਗਵਾ ਸਾਂ। ਤੁਸੀਂ ਵੀ ਨਾਲ ਹੀ ਗਵਾ ਸੀ? ਆਹੋ, ਮੈਂ ਵੀ ਅਗਵਾ ਸਾਂ। ਜੋ ਕਤਲ ਹੋਏ ਨੇ ਇਸ ਪੈਲੀ 'ਚ ਅਸੀਂ ਉਦੋਂ ਵੀ ਉੱਤੇ ਹੀ ਡਿੱਗਦੇ ਰਹੇ ਹਾਂ। ਠੀਕ ਹੈ। ਪਹਿਲੋਂ ਇਹਨਾਂ ਨੇ ਮੇਰਾ ਪੁੱਤਰ ਤੇ ਮੇਰਾ ਮੀਆਂ ਕਤਲ ਕਰਾਤਾ। ਉਹ ਸਾਨੂੰ ਅਗਵਾਉਣ ਕੋ ਮਾਣਾ ਨਾ ਰਲ ਗਏ ਨੇ, ਕੋਈ ਪੈਸਾ ਧੇਲਾ ਲਿਆ ਨੇ, ਮਗਰੋਂ ਮੇਰੀ ਧੀ ਮਾਰ ਦਿੱਤੀ। ਉਹਨੇ ਆਖਿਆ ਮੈਂ ਬਿਆਨਾਂ ਤੋਂ ਨਹੀਂ ਹਾਰਨਾ, ਮੇਰਾ ਪਿਓ ਤੇ ਭਰਾ ਮਰੇ ਨੇ। ਠੀਕ ਹੈ। ਇਹ ਤੁਹਾਡੀ ਬੇਟੀ ਜਿਹੜੀ ਸੀ ਗਵਾਹ ਸੀ? ਆਹ ਉਹ ਅਗਵਾ ਸੀ। ਤੇ ਇਹਨੂੰ ਕਿਉਂ ਮਾਰਿਆ? ਸਿਰਫ ਗਵਾਹ ਦੀ ਵਜ੍ਹਾ ਤੋਂ? ਅਗਵਾ ਦੀ ਵਜ੍ਹਾ ਤੋਂ, ਪਤਾ ਨਹੀਂ ਕਾਹਦੇ ਤੋਂ। ਅੱਗੇ ਅਦਾਲਤਾਂ 'ਚ ਮੁਲਜ਼ਮਾਂ ਨੂੰ ਰਿਲੀਫ ਮਿਲ ਜਾਂਦਾ, ਕੋਈ ਗਵਾਹ ਵਿੱਚੋਂ ਕੇਸ ਦੇ ਘਟ ਜੇ ਨਾ, ਅਦਾਲਤਾਂ ਨੂੰ ਫਿਰ ਰਿਲੀਫ ਮਿਲ ਜਾਂਦਾ ਵੀ ਗਵਾਹ ਜਾਂ ਕੋਈ ਮਦਈ ਮਰ ਜਾ, ਤੇ ਅੱਗੇ ਅਦਾਲਤਾਂ 'ਚ ਤਾਂ ਕੇਸ ਮੁੱਕ ਗਿਆ। ਫਿਰ ਕੇ ਲੜਕੀ ਦੀ ਉਮਰ ਕਿੰਨੀ ਸੀ? 32 ਸਾਲ। ਨਹੀਂ ਤੇ ਇਹ ਕਿਹਾ ਜਾਂਦਾ ਹੈ ਕਿ ਸ਼ਾਦੀशुदा ਸੀ ਉਧਰ। ਸ਼ਾਦੀ ਨਹੀਂ, ਧੱਕੇ ਨਾਲ ਹੀ ਲੱਗਾ ਸਾਨੂੰ। ਉਹ ਨਹੀਂ ਪਹਾੜਬਾਜ਼ੀ ਸੀ। ਪਾਕਿਸਤਾਨ 'ਚ ਰਹਿੰਦੇ ਹੋ ਤੁਸੀਂ, ਉਹ ਧੱਕੇ ਨਹੀਂ ਲੱਗੇ? ਏਡੇ ਵੱਡੇ ਦੁਸ਼ਮਣ ਨੇ। ਇਸ ਤਰ੍ਹਾਂ ਕਬਜ਼ਾ ਗਰੁੱਪ ਪਾਰਟੀ ਹੈ। ਪਹਿਲੇ ਕਤਲ ਕੀਤੇ ਸਨ ਮੇਰਾ ਭਾਈ ਤੇ ਮੇਰਾ ਵਾਲਦ ਜੀ। ਬਾਅਦ ਦੇ ਵਿੱਚ ਮੇਰਾ ਭਾਈ ਤੇ ਮੇਰਾ ਕਤਲ ਹੋ ਗਿਆ, ਵਾਲਦ। ਫਿਰ ਮੈਨੂੰ ਵੀ ਫੈਰ ਲੱਗੇ ਇੱਥੇ ਮੌਕਿਆ, ਤੇ ਮੇਰੀ ਇਸ ਭੈਣ ਨੂੰ ਵੀ ਸੱਟਾਂ ਲੱਗੀਆਂ, ਜਾਨ ਤੋਂ ਬਚ ਗਈ। ਇਸ ਮੇਰੀ ਮਾਂ ਨੂੰ ਸਿਰ 'ਚ ਸੱਟ ਲੱਗੀ, ਇਹਦਾ CT ਸਕੈਨ ਹੋਇਆ, ਇਹ ਵੀ ਬਚ ਗਈ। ਤੇ ਜਿਸ ਟਾਈਮ ਸਰ ਹਾਲਾਤ ਫਿਰ ਇੰਝ ਹੋ ਗਿਆ ਵੀ ਫਿਰ ਮੇਰੀ ਵੀ ਪੈਲੀ ਇਹਨਾਂ ਵਾਣਾ ਦੇ ਥੱਲੇ ਸੀ, ਉਹ ਮੈਂ ਆਪਣੀ ਲੈਂਦਾ ਹਾਂ, ਤੇ ਮੈਨੂੰ ਉਹਦੇ ਤੋਂ ਉਹ ਸਾਡਾ ਨੁਕਸਾਨ ਕਰ ਗਿਆ ਆ ਜਿਹੜੀ ਜ਼ਮੀਨ। ਤੇ ਉਹ ਇਸ ਬਦਮਾਸ਼ ਗੈਂਗ ਨੂੰ ਨਾਲ ਲੈ ਕੇ ਸਾਡਾ ਨੁਕਸਾਨ ਕਰ ਗਿਆ, ਇਹ ਬਾਬਰ ਗੈਂਗ ਨੂੰ। ਅੱਜ ਤੁਸੀਂ ਅੱਖਾਂ 'ਚ ਆਂਸੂ ਲੈ ਕੇ, ਬੱਚਿਆਂ ਨੂੰ ਨਾਲ ਲੈ ਕੇ ਸੜਕ ਦੇ ਉੱਤੇ ਖਲੋਤੇ ਹੋ ਆਪਣਾ ਸਮਾਨ ਰੱਖ ਕੇ, ਇਹਦੀ ਵਜ੍ਹਾ ਕੀ ਹੈ? ਕੋਈ ਵਜ੍ਹਾ ਡਰ ਹੈ, ਕੋਈ ਡਰਦਾ ਬੰਦਾ ਸਮਾਨ ਨਹੀਂ ਲੱਦ ਰਿਹਾ। ਹਾਂਜੀ, ਕੋਈ ਡਰਦਾ ਬੰਦਾ ਸਮਾਨ ਨਹੀਂ ਲੱਦ ਰਿਹਾ ਇੱਥੋਂ। ਇਹ ਸੂਰਤ ਹਾਲ ਬਣੀ ਵੀ ਭਾਈ। ਉਸ ਤੋਂ ਬਾਅਦ ਦੇ ਵਿੱਚ ਫਿਰ ਰਫੀਕ ਨਾਮੀ ਸ਼ਖਸ ਸਾਡੀ ਬਲਾਦਰੀ ਦਾ ਬਹੁਤ ਅੱਛਾ ਇਨਸਾਨ ਸੀ। ਉਹਦੀ ਵੀ ਜ਼ਮੀਨ ਵਾਣਾ ਦੇ ਥੱਲੇ ਵੇ, ਉਹ ਵੀ ਆਪਣੀ ਪੈਲੀ ਵਾਪਸ ਲੈਣਾ ਚਾਹ ਰਿਹਾ ਸੀ। ਵਾਣਾ ਨੂੰ ਆਂਦਾ ਮੇਰੀ ਪੈਲੀ ਦਾ ਕਬਜ਼ਾ ਛੱਡੋ, ਨਹੀਂ ਛੱਡਦੇ। ਉਸ ਰਫੀਕ ਨੂੰ ਵੀ ਇਹਨਾਂ ਵਾਣਾ ਨੇ ਪੈਸੇ ਦੇ ਕੇ ਮਰਵਾਤਾ ਇਸ ਬਾਬਰ ਗੈਂਗ ਕੋਲੋਂ। ਵਾਣਾ ਨੇ ਪੈਸੇ, ਆਰਫ ਗੈਂਗ ਨੇ ਪੈਸੇ ਭਰ ਕੇ ਇਹਨੂੰ ਉਹਨਾਂ ਕੋਲ ਪੈਸੇ ਬਹੁਤ ਜ਼ਿਆਦਾ ਨੇ, ਕਬਜ਼ਾ ਗਰੁੱਪ ਨੇ, ਉਹਨਾਂ ਪੈਸੇ ਭਰ ਕੇ ਇਹਨੂੰ ਵੀ ਮਰਵਾ ਦਿੱਤਾ ਆਰਫ ਗੈਂਗ ਨੇ, ਇਸ਼ਰਤ ਗੈਂਗ ਨੇ। ਯਾਨੀ ਕਿ ਜਿਹੜਾ ਵੀ ਥੋੜਾ ਬੋਲਦਾ ਹੈ ਉਹਨੂੰ ਮਾਰ ਦਿੱਤਾ ਜਾਂਦਾ। ਤੇ ਅਸੀਂ ਉਸ ਤੋਂ ਬਾਅਦ ਕੇਸ ਕੂਸ ਆਪਣੇ ਕੀਤੇ ਨੇ ਜੀ ਸਰ। ਅਸੀਂ ਆਪਣੇ ਕੇਸ ਕੂਸ ਲੜਨੇ ਆ ਪਏ, ਤੇ ਮੇਰੀ ਭੈਣ ਨੂੰ ਧਮਕਾਉਂਦੇ ਹਨ, ਤੂੰ ਉਹਨਾਂ ਦੇ ਹੱਕ ਵਿੱਚ ਬਿਆਨ ਦੇ ਬੰਦੇ ਛੁੱਟ ਜਾਣ। ਇਹ ਆਂਦੀ ਸੀ ਮੈਂ ਬਿਆਨ ਨਹੀਂ ਦੇਣੇ। ਉਹਨੂੰ 2 ਮਹੀਨੇ ਹੋ ਗਏ ਨੇ ਖਿੱਚ ਖੁੱਚ ਕੇ ਘਰ ਲਾ ਗਏ ਧੱਕੇ ਨਾਲ ਉਹਨੂੰ। ਪਰ 2 ਤਰੀਕ ਦੀ ਰਾਤ ਨੂੰ ਬੱਦੀ ਬੰਨ ਬੁੰਨ ਕੇ ਮਾਰ ਮੂਰ ਕੇ, ਜ਼ਿਆਦਤੀ ਵੀ ਹੋਈ ਹੈ, ਜ਼ਿਆਦਤੀ ਵੀ ਉਹਦੇ ਨਾਲ ਬਹੁਤ ਜ਼ਿਆਦਾ ਹੋਈ ਹੈ, ਤੇ ਉਹਨੂੰ ਬੰਨ ਬੁੰਨ ਕੇ ਮਾਰ ਦਿੱਤਾ। ਜਾ ਰਹੇ ਜੇ ਹੁਣ ਅਸੀਂ ਸਰ ਕਿਤੇ ਕਿਰਾਏ
ਸ਼ਹਿਰ ਗੁਰੂ ਅੱਲਾ ਹੌਸਲਾ ਦੇਵੇ ਤੁਹਾਨੂੰ, ਅੱਲਾ ਤੁਹਾਨੂੰ ਹੌਸਲਾ ਦੇਵੇ। ਮੈਨੂੰ ਦੱਸੋ ਕਿ ਪੁਲਿਸ ਸਾਡੇ ਨਾਲ ਨਹੀਂ, ਪਲੀਜ਼ ਸਰ ਮੌਕੇ ਤੇ ਝਟ ਆ ਗਈ ਟੁਰ ਗਈ ਬਸ ਤੁਹਾਨੂੰ ਪਿੱਛੇ ਕੋਈ ਵੇਖਣ वाला नहीं। ਕੋਈ ਵੇਖਣ ਵਾਲਾ ਨਹੀਂ ਸਰ। वज़ीर आला मरियम नवाज साहिबा, आपसे गुजारिश है आप इस पर नोटिस लें और फिरोज़ वाला पुलिस से गुजारिश करूँगा कि तहफ़्फ़ुज़ दें। ये वो शहरी हैं जो आपके इलाके में हैं, ये जहाँ पर भी जाएंगे ये मार दिए जाएंगे। कुल्लू नफ्सिन ज़ायक़तुल मौत, मारने वाला भी मर जाएगा, लेकिन ये आलम है कि ये बेचारे इस टाइम सड़क पर बैठे हुए हैं। इसी के साथ अपने मेज़बान को इजाज़त दीजिएगा। हल्ला नहीं के बाद ਇਹ 20 ਬੰਦਿਆਂ ਦੀ ਗੈਂਗ ਹੈ, ਇੱਕ ਆਰਫਵਾਨ ਦੀ ਗੈਂਗ ਹੈ। ਵਜ੍ਹਾ ਦੇ ਡਰ ਹੈ, ਕੋਈ ਡਰਦਾ ਬੰਦਾ ਸਮਾਨ ਨਹੀਂ ਲੱਗ ਰਿਹਾ। ਤੜੀਆਂ ਲਾਉਂਦੇ ਸਨ, ਅਗਵਾ ਸੀ, ਮੈਂ ਵੀ ਅਗਵਾ ਸਾਂ। ਪਹਿਲੋਂ ਇਹਨਾਂ ਨੇ ਮੇਰਾ ਪੁੱਤਰ ਤੇ ਮੇਰਾ ਮੀਆਂ ਕਤਲ ਕਰਾਤਾ। ਉਹ ਸਾਨੂੰ ਅਗਵਾਉਣ ਕੋ ਮਾਣਾ ਨਾ ਰਲ ਗਏ ਨੇ, ਕੋਈ ਪੈਸਾ ਧੇਲਾ ਲਿਆ ਨੇ, ਮਗਰੋਂ ਮੇਰੀ ਧੀ ਮਾਰ ਦਿੱਤੀ। अस्सलाम वालेकुम नाज़रीन, न्यूज़ अलर्ट के साथ आपका मेज़बान साइम राजपूत। नाज़रीन कराम, इस टाइम फिरोज़ वाला के इलाके में मौजूद हूँ। आप देखिए कि एक टीचर जिसको गवाह किया जाता है और फिर जनाब उसको कुछ दिन के बाद बेदर्दी से कत्ल कर दिया जाता है। बाप को भी मार दिया गया और फिर जनाब उन गवाहकारों को भी मार दिया गया जिन लोगों ने इनका साथ दिया। उस बेचारी का कसूर सिर्फ ये था कि उसने चंद अफराद को मरते अपनी आंखों से देख लिया और शहादतें देने के लिए अदालत पहुंच गई। अगर आप अब देखें ये सामान पीछे पड़ा हुआ है, माएँ बहनें बेचारी यहाँ पर खड़ी हैं, रोड पे सामान रखा हुआ है। इस साइड पे देख लें तो जनाब ये अपना घर छोड़ने पर मजबूर हैं। ये पुलिस की, आप पुलिस की नाअहली देखें कि पुलिस वाले तहफ़्फ़ुज़ नहीं दे सके। ये माँ हैं, ये मेरे साथ उनके भाई हैं, और अगर आप देखें तो ये सामान पड़ा हुआ है। ये हालात हैं जी, इस टाइम इन्होंने सामान रखा हुआ है और वो कह रहे हैं कि जनाब हमने ये चीज़ छोड़कर चले जाना है। ये मेरी बहनें हैं, ये तहफ़्फ़ुज़ किससे लें? उनकी गोद में बच्चे हैं, छोटे छोटे बच्चे उनके साथ हैं और सामान लेकर यहाँ से जाना चाहते हैं। वो कहते हैं जनाब हमारे ऊपर क़यामत टूट पड़ी है, लेकिन हमारे साथ किसी ने भी कोई साथ तक न दिया। मेरे साथ लड़की के भाई और उनकी वालिदा मौजूद हैं। अस्सलाम वालेकुम। वालेकुम सलाम। माँ जी होया कि किस तरह पता चलिया, ये सारा माजरा बनया किस तरह? ਪੁੱਤਰ ਇਸ ਤਰ੍ਹਾਂ ਹੀ ਤੜੀਆਂ ਲਾਉਂਦੇ ਸਨ, ਅਗਵਾ ਸੀ, ਮੈਂ ਵੀ ਅਗਵਾ ਸਾਂ। ਤੁਸੀਂ ਵੀ ਨਾਲ ਹੀ ਗਵਾ ਸੀ? ਆਹੋ ਮੈਂ ਵੀ ਅਗਵਾ ਸਾਂ। ਜੋ ਕਤਲ ਹੋਏ ਨੇ ਇਸ ਪੈਲੀ 'ਚ ਅਸੀਂ ਉਦੋਂ ਵੀ ਉੱਤੇ ਹੀ ਡਿੱਗਦੇ ਰਹੇ ਹਾਂ। ਠੀਕ ਹੈ। ਪਹਿਲੋਂ ਇਹਨਾਂ ਨੇ ਮੇਰਾ ਪੁੱਤਰ ਤੇ ਮੇਰਾ ਮੀਆਂ ਕਤਲ ਕਰਾਤਾ। ਉਹ ਸਾਨੂੰ ਅਗਵਾਉਣ ਕੋ ਮਾਣਾ ਨਾ ਰਲ ਗਏ ਨੇ, ਕੋਈ ਪੈਸਾ ਧੇਲਾ ਲਿਆ ਨੇ, ਮਗਰੋਂ ਮੇਰੀ ਧੀ ਮਾਰ ਦਿੱਤੀ। ਉਹਨੇ ਆਖਿਆ ਮੈਂ ਬਿਆਨਾਂ ਤੋਂ ਨਹੀਂ ਹਾਰਨਾ, ਮੇਰਾ ਪਿਓ ਤੇ ਭਰਾ ਮਰੇ ਨੇ। ਠੀਕ ਹੈ। ਇਹ ਤੁਹਾਡੀ ਬੇਟੀ ਜਿਹੜੀ ਸੀ ਗਵਾਹ ਸੀ? ਆਹ ਉਹ ਅਗਵਾ ਸੀ। ਤੇ ਇਹਨੂੰ ਕਿਉਂ ਮਾਰਿਆ? ਸਿਰਫ ਗਵਾਹ ਦੀ ਵਜ੍ਹਾ ਤੋਂ? ਅਗਵਾ ਦੀ ਵਜ੍ਹਾ ਤੋਂ, ਪਤਾ ਨਹੀਂ ਕਾਹਦੇ ਤੋਂ। ਅੱਗੇ ਅਦਾਲਤਾਂ 'ਚ ਮੁਲਜ਼ਮਾਂ ਨੂੰ ਰਿਲੀਫ ਮਿਲ ਜਾਂਦਾ ਹੈ, ਕੋਈ ਗਵਾਹ ਵਿੱਚੋਂ ਕੇਸ ਦੇ ਘਟ ਜੇ ਨਾ, ਅਦਾਲਤਾਂ ਨੂੰ ਫਿਰ ਰਿਲੀਫ ਮਿਲ ਜਾਂਦਾ ਵੀ ਗਵਾਹ ਜਾਂ ਕੋਈ ਮਦਈ ਮਰ ਜਾ ਤੇ ਅੱਗੇ ਅਦਾਲਤਾਂ 'ਚ ਤਾਂ ਕੇਸ ਮੁੱਕ ਗਿਆ। ਫਿਰ ਕੇ